गुड मॉर्निंग स्टूडेंट्स। ਅੱਜ ਦਾ ਟੌਪਿਕ ਹੈ ਇੰਪਲਸ ਆਫ ਅ ਫੋਰਸ। ਇਸ ਦੀ ਜੋ ਫਾਰਮਲ ਡੈਫੀਨੇਸ਼ਨ ਹੈ ਇੰਪਲਸ ਆਫ ਅ ਕਾਂਸਟੈਂਟ ਫੋਰਸ, when a force is constant in magnitude and direction, impulse is product of force and time during which it acts। ਤਾਂ ਮਤਲਬ ਫੋਰਸ ਦੇ ਕਿੰਨੇ ਸਮੇਂ ਲਈ ਉਹ ਫੋਰਸ ਲੱਗ ਰਹੀ ਹੈ, ਦੋਨਾਂ ਦੀ ਗੁਣਾ ਕਰ ਦਿਓ, ਦੈਟ ਵਿਲ ਬੀ ਦਾ ਇੰਪਲਸ, ਰਾਈਟ। ਸੋ ਇੰਪਲਸ ਅਸਲ ਵਿੱਚ ਬੇਸਿਕਲੀ ਆਪਾਂ ਇੱਕ ਤਰ੍ਹਾਂ ਦਾ ਝਟਕਾ ਆਪਾਂ ਕਹਿ ਸਕਦੇ ਹਾਂ, ਜੋ ਝਟਕਾ ਦਿੰਦੇ ਹਾਂ ਦੈਟ ਇਜ਼ ਇੰਪਲਸ, ਰਾਈਟ। ਜ਼ਿਆਦਾ ਸਮੇਂ ਲਈ ਘੱਟ ਫੋਰਸ ਲੱਗੇ ਜਾਂ ਘੱਟ ਸਮੇਂ ਲਈ ਜ਼ਿਆਦਾ ਫੋਰਸ ਲੱਗੇ ਤਾਂ ਦੋਨੋਂ ਬਰਾਬਰ ਹੋ ਸਕਦੀਆਂ ਨੇ ਆਪਸ ਵਿੱਚ, ਰਾਈਟ। ਮਤਲਬ ਦੋਨੋਂ ਚੋਂ ਇੱਕ ਘੱਟ ਹੋਵੇ, ਦੂਜਾ ਜ਼ਿਆਦਾ ਹੋਵੇ, ਦੂਜਾ ਘੱਟ ਹੋਵੇ, ਪਹਿਲਾ ਜ਼ਿਆਦਾ ਹੋਵੇ, ਤਾਂ ਜਿਹੜੀ ਹੈਗੀ ਇੰਪਲਸ ਇੱਕੋ ਜੀ ਆ ਸਕਦੀ ਹੈਗੀ ਹੈ। ਤਾਂ ਦੇਸੀ ਲਫ਼ਜ਼ਾਂ ਵਿੱਚ ਆਪਾਂ ਇਹਨੂੰ ਲੇਮਨ ਲੈਂਗੁਏਜ ਦੇ ਵਿੱਚ ਆਪਾਂ ਇਸ ਨੂੰ ਇੰਪਲਸ ਨੂੰ ਨਾਮ ਦੇ ਸਕਦੇ ਝਟਕਾ, ਰਾਈਟ। ਤਾਂ ਜੋ ਇੱਕ ਤਰ੍ਹਾਂ ਦਾ ਝਟਕਾ ਦਿੰਦੇ ਹੈਗੇ ਆਪਾਂ ਕਿਸੇ ਫੋਰਸ ਦੇ ਨਾਲ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਲੌਂਗ ਫॉर ਫਿਕਸ ਪੀਰੀਅਡ ਆਫ ਟਾਈਮ, ਉਸ ਨੂੰ ਇੰਪਲਸ ਕਹਾਂਗੇ। ਜਾਂ ਜੇ ਥਿਓਰੀਟੀਕਲ ਵਰਜ਼ਨ ਇਹਦੀ ਇਹੀ ਹੈ ਕਿ ਫੋਰਸ ਇਨਟੂ ਟਾਈਮ ਮੀਨਸ ਜਿੰਨੇ ਟਾਈਮ ਦੇ ਲਈ ਫੋਰਸ ਜਿਹੜੀ ਹੈਗੀ ਹੈ ਐਕਟ ਕਰਦੀ ਹੈਗੀ, ਉਸ ਨੂੰ ਆਪਾਂ ਇੰਪਲਸ ਦਾ ਨਾਮ ਦੇਵਾਂਗੇ। ਤਾਂ ਇੰਪਲਸ ਕੀ ਹੋਏਗੀ, ਐਫ ਇਜ਼ ਇਕੁਅਲ ਟੂ ਐਫ ਟੀ। ਤੇ ਇੱਥੇ ਐਫ ਜੋ ਹੈ ਬਾਈ ਨਿਊਟਨ ਲਾ ਆਫ ਮੋਸ਼ਨ, ਸੈਕਿੰਡ ਲਾ ਜੋ ਹੈ ਫੋਰਸ ਐਮ ਐਫ ਦੇ ਬਰਾਬਰ ਹੁੰਦੀ ਹੈ। ਤੇ ਐਫ ਨੂੰ ਟੀ ਨਾਲ ਕੰਬਾਈਨ ਕਰ ਲਾਂਗੇ ਤਾਂ ਐਫ ਟੀ ਆ ਜਾਏਗਾ। ਐਫ ਟੀ ਵਾਲਾ ਫਾਰਮੂਲਾ ਆਪਾਂ ਇਧਰਲੇ ਪਾਸੋਂ ਯੂਜ਼ ਕਰ ਸਕਦੇ ਹਾਂ, ਤਾਂ ਉਹ ਵੀ ਇਜ਼ ਇਕੁਅਲ ਟੂ ਯੂ ਪਲੱਸ ਐਫ ਟੀ ਹੁੰਦਾ। ਤਾਂ ਇੱਥੇ ਆਪਾਂ ਵੀ ਮਾਈਨਸ ਯੂ ਲਿਖ ਸਕਦੇ ਹਾਂ ਐਫ ਟੀ ਨੂੰ, ਤਾਂ ਕੀ ਬਣ ਜਾਏਗਾ, ਐਮ ਵੀ ਮਾਈਨਸ ਐਮ ਯੂ ਆ ਜਾਏਗਾ। ਤਾਂ ਆਹ ਕੀ ਇੱਕ ਤਰ੍ਹਾਂ ਦਾ ਮੋਮੈਂਟਮ ਹੈ, ਐਮ ਵੀ ਮੋਮੈਂਟਮ ਹੁੰਦੀ ਹੈ, ਐਮ ਯੂ ਵੀ ਮੋਮੈਂਟਮ ਹੁੰਦੀ ਹੈ। ਤਾਂ ਆ ਐਮ ਵੀ ਜਿਹੜੀ ਹੈਗੀ ਹੈ ਇਹ ਇਨੀਸ਼ੀਅਲ ਫਾਈਨਲ ਮੋਮੈਂਟਮ ਹੁੰਦੀ ਹੈ, ਤੇ ਐਮ ਯੂ ਜੋ ਹੈ ਇਨੀਸ਼ੀਅਲ ਮੋਮੈਂਟਮ ਹੋਏਗੀ। ਤਾਂ ਇੰਪਲਸ ਫਿਰ ਕੀ ਹੈਗੀ ਹੈ, ਚੇਂਜ ਇਨ ਮੋਮੈਂਟਮ ਵੀ ਆਪਾਂ ਜਿਹੜਾ ਹੈਗਾ ਇੰਪਲਸ ਕਹਿ ਸਕਦੇ ਹੈਗੇ ਆ। ਤਾਂ ਉਹੀ ਝਟਕਾ ਇੱਕ ਤਰ੍ਹਾਂ ਦਾ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਮੋਮੈਂਟਮ ਦੀ ਐਗਜ਼ਾਮਪਲ ਦਿੱਤੀ ਸੀ ਕਿ ਮੋਮੈਂਟਮ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਹੈਗੇ ਆ। ਤਾਂ ਮੋਮੈਂਟਮ ਜਿਵੇਂ ਇੱਕ ਕਾਰ ਦੀ ਮੋਮੈਂਟਮ ਹੁੰਦੀ ਹੈ ਤੇ ਇੱਕ ਟ੍ਰੇਨ ਦੀ ਮੋਮੈਂਟਮ ਹੁੰਦੀ ਹੈ। ਟ੍ਰੇਨ ਦੀ ਮੋਮੈਂਟਮ ਜ਼ਿਆਦਾ ਹੁੰਦੀ ਕਿਉਂਕਿ ਉਸਦਾ ਮਾਸ ਜ਼ਿਆਦਾ ਹੁੰਦਾ ਹੈਗਾ, ਰਾਈਟ। ਸੋ ਤਾਂ ਇੰਪਲਸ ਚੇਂਜ ਇਨ ਲੀਨੀਅਰ ਮੋਮੈਂਟਮ ਇਨ ਦ ਡਾਇਰੈਕਸ਼ਨ ਆਫ ਫੋਰਸ। ਜੇ ਯੂ ਜ਼ੀਰੋ ਹੋਏਗਾ ਤਾਂ ਜਿਹੜੀ ਐਕਚੁਅਲ ਜੋ ਮੋਮੈਂਟਮ ਹੋਏਗੀ ਉਹੀ ਤੁਹਾਡੀ ਇੰਪਲਸ ਹੋਏਗੀ। ਸੋ ਫੋਰਸ ਐਫ ਮੋਮੈਂਟਮ ਜਨਰੇਟਡ ਬਾਈ ਪਰ ਯੂਨਿਟ ਟਾਈਮ। ਚਲੋ ਖੈਰ ਇਹ ਫਜ਼ੂਲ ਦੀਆਂ ਗੱਲਾਂ ਹੈਗੀਆਂ, ਇਹ ਆਪਾਂ ਨਹੀਂ ਕਰਦੇ, ਬਟ ਟ੍ਰਿਵੀਅਲ ਦੀਆਂ ਗੱਲਾਂ ਨੇ। ਤੇ ਜੇ ਫੋਰਸ ਵੇਰੀਏਬਲ ਹੋਵੇ ਫਿਰ ਕੀ ਹੋਏਗਾ ਕਿ ਐਫ ਨੂੰ ਆਪਾਂ ਮਤਲਬ ਡੀ ਬਾਈ ਡੀ ਟੀ ਐਮ ਵੀ ਲਿਖਿਆ ਜਾਏਗਾ, ਰਾਈਟ, ਵੇਰੀਏਬਲ ਫੋਰਸ। ਤਾਂ ਉਸ ਕੇਸ 'ਚ ਆਪਾਂ ਐਫ ਨੂੰ ਇੰਟੀਗ੍ਰੇਟ ਕਰ ਸਕਦੇ ਹੈਗੇ ਆ। ਐਫ ਇਜ਼ ਇਕੁਅਲ ਡੀ ਵੀ ਬਾਈ ਡੀ ਟੀ ਲਿਖ ਲਓ, ਐਮ ਕਿੰਨਾ ਆ ਜਾਏਗਾ ਇੱਥੇ, ਸੋਰੀ ਐਫ ਕਿੰਨਾ ਆ ਜਾਏਗਾ, ਐਮ ਡੀ ਵੀ ਬਾਈ ਡੀ ਟੀ ਹੋ ਜਾਏਗਾ। ਡੀ ਟੀ ਨੂੰ ਇੱਧਰ ਰੱਖ ਲਓ ਤੇ ਐਮ ਡੀ ਵੀ ਲਿਖ ਲਓ। ਤੇ ਜੋ ਜੋ ਇੰਪਲਸ ਹੋਏਗੀ ਉਹ 0 ਟੂ ਟੀ ਟਾਈਮ ਇੰਟੈਗਰਲ ਕਰ ਦਿਓ, ਇੱਥੋਂ 0 ਟੂ ਕੈਪੀਟਲ ਟੀ ਜਿੰਨੇ ਸਮੇਂ ਲਈ ਲੱਗਦੀ ਹੈਗੀ ਆ, ਆ ਇੰਪਲਸ ਹੋ ਜਾਏਗੀ। ਐਫ ਦੀ ਵੈਲਿਊ ਇੱਥੋਂ ਐਮ ਡੀ ਵੀ ਆਪਾਂ ਭਰ ਦਿੰਦੇ ਹੈਗੇ ਆ, ਰਾਈਟ। ਤਾਂ ਇਸ ਕੇਸ ਦੇ ਵਿੱਚ ਵੀ ਜਿਹੜੀ ਹੈਗੀ ਆ ਸਿਮਿਲਰ ਹੀ ਆਏਗੀ। ਲੀਨੀਅਰ ਮੋਮੈਂਟਮ ਜੋ ਹੈ ਚੇਂਜ ਇਨ ਲੀਨੀਅਰ ਮੋਮੈਂਟਮ ਹੋਏਗੀ ਐਮ ਵੀ ਮਾਈਨਸ ਐਮ ਯੂ, ਠੀਕ ਹੈ, ਚਾਹੇ ਫੋਰਸ ਜੇ ਵੇਰੀਏਬਲ ਵੀ ਹੈਗੀ ਆ ਤਾਂ। Hence, impulse is a change in linear momentum whether force is variable or constant। ਤਾਂ ਫਰਕ ਨਹੀਂ ਪੈਂਦਾ ਫੋਰਸ ਤੁਹਾਡੀ constant ਹੈ ਜਾਂ ਵੇਰੀਏਬਲ ਆ। ਜਿਹੜੀ ਜੋ ਆਪਣੀ ਇੰਪਲਸ ਹੈ ਉਹ ਚੇਂਜ ਇਨ ਮੋਮੈਂਟਮ ਹੀ ਹੋਏਗੀ, ਇਹਦੇ 'ਚ ਕੋਈ ਫਰਕ ਨਹੀਂ ਆਊਗਾ। ਇੰਪਲਸ ਇਜ਼ ਨਾਟ ਅ ਫੋਰਸ। ਚਲੋ ਖੈਰ ਮੈਂ ਤੁਹਾਨੂੰ ਲੇਮਨ ਲੈਂਗੁਏਜ ਸਮਝਾਤਾ, ਇੰਪਲਸ ਫੋਰਸ ਨਹੀਂ ਹੈਗੀ, ਇੱਕ ਤਰ੍ਹਾਂ ਦਾ ਝਟਕਾ ਹੈਗਾ। ਇੰਪਲਸਿਵ ਫੋਰਸ ਜਿਵੇਂ ਹੁਣ ਤੇ ਐਗਜ਼ਾਮਪਲ ਦੇ ਰੱਖੀ ਹੈਗੀ ਹੈ, ਬਲੋ ਆਫ ਹੈਮਰ, ਜਦੋਂ ਥੋੜੀ ਨਾਲ ਸੱਟ ਮਾਰਦੇ ਮੇਘ ਦੇ ਉੱਪਰ, ਤਾਂ ਬਹੁਤ ਸ਼ਾਰਟ ਪੀਰੀਅਡ ਆਫ ਟਾਈਮ ਦੇ ਲਈ ਬਹੁਤ ਜ਼ਿਆਦਾ ਫੋਰਸ ਲੱਗਦੀ ਹੈਗੀ ਹੈ। ਤਾਂ ਹੈਮਰ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਇੰਪਲਸ ਕ੍ਰੀਏਟ ਕਰ ਰਹੀ ਹੈਗੀ ਹੈ ਨਾ। ਟੈਂਸ਼ਨ ਇਨ ਦਾ ਸਟਰਿੰਗ ਪ੍ਰੋਡਿਊਸ ਬਾਈ ਜਰਕ, ਹੈ ਨਾ, ਜਾਂ ਸਪਰਿੰਗ ਦੇ ਵਿੱਚ ਝਟਕਾ ਵੱਜਦਾ ਇੱਕਦਮ। ਤਾਂ ਮਤਲਬ ਜੇ ਕਾਰ ਦੇ ਸ਼ੌਕਰ ਨੇ ਜਾਂ ਮੋਟਰਸਾਈਕਲ ਦੇ ਸ਼ੌਕਰ ਨੇ, ਜਦੋਂ ਕਾਰ ਗੱਡੇ ਵਿੱਚ ਦੀ ਲੰਘਦੀ ਆ ਤਾਂ ਉਦੋਂ ਸਪਰਿੰਗਸ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਇੰਪਲਸ ਜਿਹੜੀ ਟੈਂਸ਼ਨ ਆ ਉਹ ਤਰ੍ਹਾਂ ਨਾਲ ਇੰਪਲਸ ਦਾ ਰੂਪ ਲੈ ਲੈਂਦੀ ਹੈਗੀ ਹੈ, ਰਾਈਟ। ਟੈਂਸ਼ਨ ਵੀ ਫੋਰਸ ਹੀ ਹੁੰਦੀ ਆ, ਪਰ ਜਦੋਂ ਇੱਕਦਮ ਟੈਂਸ਼ਨ ਲੱਗਦੀ, ਜੋ ਝਟ ਇੱਕਦਮ ਗੱਡੀ ਚੱਲਦੀ ਤੇ ਖੱਡਾ ਆ ਜਾਵੇ ਤਾਂ ਇੱਕਦਮ ਹੀ ਫੋਰਸ ਲੱਗੇਗੀ, ਉਹ ਬਹੁਤ ਸ਼ਾਰਟ ਪੀਰੀਅਡ ਆਫ ਟਾਈਮ ਦੇ ਲਈ। ਤਾਂ ਉਸ ਕੇਸ 'ਚ ਵੀ ਜਿਹੜੀ ਟੈਂਸ਼ਨ ਹੁੰਦੀ ਹੈ ਜੋ ਕਿ ਇੱਕ ਤਰ੍ਹਾਂ ਦੀ ਫੋਰਸ ਹੁੰਦੀ ਹੈ, ਉਹ ਇੱਕ ਇੰਪਲਸ ਹੀ ਕ੍ਰੀਏਟ ਕਰਦੀ ਹੈਗੀ ਹੈ। ਤਾਂ ਇੱਕ ਕੁਐਸਚਨ ਹੈ ਐਗਜ਼ਾਮਪਲ ਨੰਬਰ 1 ਤੋਂ ਲੈ ਰਿਹਾ ਹੈਗਾ, ਸ਼ੋ ਦੈਟ ਵਰਕ ਡਨ ਬਾਈ ਇੰਪਲਸਿਵ ਫੋਰਸ ਇਜ਼ ਡਾਟ ਪ੍ਰੋਡਕਟ ਆਫ ਇਟਸ ਇੰਪਲਸ ਵੈਕਟਰ ਐਂਡ ਮੀਨ ਆਫ ਇਨੀਸ਼ੀਅਲ ਐਂਡ final velocities, right।
So let F be impulsive force acting in on the particle of mass m. Let B be the impulsive vector in the direction of force. ਉਧਰਲੇ ਪਾਸੇ ਹੀ ਹੁੰਦਾ ਹੈਗਾ ਇਹ। U ਤੇ ਵੀ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਵੈਕਟਰਸ ਨੇ। ਤੇ ਵਰਕ ਡਨ ਬਾਈ ਫੋਰਸ ਕਿੰਨਾ ਹੋਏਗਾ? ਚੇਂਜ ਇਨ ਕਾਈਨੈਟਿਕ એનર્ਜੀ ਆਪਾਂ ਨੂੰ ਪਤਾ ਹੈਗਾ। ਚੇਂਜ ਇਨ ਕਾਈਨੈਟਿਕ એનર્ਜੀ ਆਪਾਂ ਪਤਾ ਹੈ ਇਨੀਸ਼ੀਅਲ ਫਾਈਨਲ ਵੈਲੋਸਿਟੀ ਹੈਗੀ ਹੈ, ਇਨੀਸ਼ੀਅਲ ਵੈਲੋਸਿਟੀ ਹੈ, ਤਾਂ ਚੇਂਜ ਇਨ ਕਾਈਨੈਟਿਕ એનર્ਜੀ ਇਸ ਤਰ੍ਹਾਂ ਹੋ ਜਾਏਗਾ। V ਸਕੁਅਰ ਮਾਈਨਸ U ਸਕੁਅਰ ਨੂੰ ਆਪਾਂ ਲਿਖ ਸਕਦੇ ਹਾਂ ਟਰਮਸ ਆਫ ਡਾਟ ਪ੍ਰੋਡਕਟ, ਬੜੀ ਆਸਾਨ ਜੀ ਚੀਜ਼ ਹੈਗੀ ਹੈ। ਫਿਰ ਇਸ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹੈਗੇ V ਮਾਈਨਸ U ਵੈਕਟਰ, V ਪਲੱਸ U ਵੈਕਟਰ, ਰਾਈਟ। ਸੋ ਇੱਥੇ ਜੋ M ਹੈ ਇੱਧਰ ਅੰਦਰ ਲੈ ਜਾਓ, ਦੂਜਾ ਇੱਧਰ ਲੈ ਜਾਓ, ਤਾਂ ਸਾਫ ਜੀ ਗੱਲ ਹੈਗੀ ਹੈ ਕਿ ਆ ਚੇਂਜ ਇਨ ਮੋਮੈਂਟਮ ਹੋ ਗਿਆ ਤੇ ਆ ਮੀਨ ਆਫ ਇਨੀਸ਼ੀਅਲ ਵੈਲੋਸਿਟੀ ਹੋ। ਕੋਈ ਖਾਸ ਕੋਈ ਏਡੀ ਗੱਲ ਨਹੀਂ ਹੈਗੀ, ਇਹੀ ਚੀਜ਼ ਪ੍ਰੂਵ ਕਰਨੀ ਸੀ ਕਿ ਵਰਕ ਡਨ ਜੋ ਹੈਗਾ ਪ੍ਰੋਡਕਟ ਆਫ ਮੋਮੈਂਟਮ, sorry, product of linear impulse and mean of initial and final velocity। so ਇਹਦੀ ਖਾਸ ਕੁਐਸਚਨ ਨਹੀਂ ਹੈਗਾ, ਬਸ ਇਹਦੇ ਚ ਜਿਹੜੀ ਆ ਚੀਜ਼ ਲਗਾਈ ਆ ਵਾਲੀ ਵਰਕ ਡਨ ਜੋ ਹੈ ਚੇਂਜ ਇਨ ਕਾਈਨੈਟਿਕ એનર્ਜੀ ਉੱਥੋਂ ਬਣਿਆ ਹੈਗਾ। ਸੋ ਅੱਗੇ ਹੈ, ਇਸਨੂੰ ਮੈਂ ਥੋੜਾ ਜਿਹਾ ਵੱਡਾ ਕਰ ਲੈਣਾ। अगला क्वेश्चन है a ball of mass a ball of mass 5 gram fall from height 10 meter and rebounds to height 6.4 meter. Find the impulse and the average force between ball and the ground if impact take for 1.1 by 50 second, right? बॉल उपरों सिटी है 50 ग्राम भारी है 10 मीटर तो उपरों, ਤਾਂ ਥੱਲੇ ਜ਼ੋਰ ਦੀ ਆ ਕੇ ਵੱਜਦੀ ਹੈ, ਫਿਰ ਉੱਪਰ ਨੂੰ ਬਾਉਂਸ ਬੈਕ ਕਰਦੀ ਹੈਗੀ 6.25 ਮੀਟਰ 6.4 ਮੀਟਰ। ਤਾਂ ਜਦੋਂ ਆ ਕੇ ਸਟ੍ਰਾਈਕ ਕੀਤੀ ਹੈ ਗਰਾਊਂਡ ਦੀ, ਤਾਂ ਗਰਾਊਂਡ ਇੱਕ ਤਰ੍ਹਾਂ ਨਾਲ ਨਿਊਟਨ ਥਰਡ ਲਾ ਦੇ ਅਕੋਰਡਿੰਗ ਇੰਪਲਸ ਕ੍ਰੀਏਟ ਕਰੇਗਾ, ਰਾਈਟ। ਤਾਂ ਜਿਹੜੀ ਇੰਪਲਸ ਹੈਗੀ ਆ ਉਹਦਾ ਸਮਾਂ ਜੋ ਹੈ 1/50 ਦੇ ਸੈਕਿੰਡ ਦੇ ਇਕੁਇਲੈਂਟ ਹੈਗਾ, ਠੀਕ ਹੈ। ਇੱਕ ਤਾਂ ਤੁਸੀਂ ਇੰਪਲਸ ਫਾਈਂਡ ਕਰਨੀ ਹੈਗੀ ਹੈ, ਤੇ ਇੱਕ ਤੁਸੀਂ ਐਵਰੇਜ ਫੋਰਸ ਪਤਾ ਕਰਨੀ ਹੈਗੀ ਹੈ ਗਰਾਊਂਡ ਤੇ ਬਾਲ ਦੇ ਵਿਚਕਾਰ, ਰਾਈਟ। So let U be the velocity of ball with which, so suppose ਕਰ ਲਓ U velocity ਨਾਲ ਗਰਾਊਂਡ ਨਾਲ ਸਟ੍ਰਾਈਕ ਕਰਦੀ ਹੈ, ਇੱਥੋਂ ਉੱਪਰੋਂ ਸੁੱਟੀ ਹੈ ਥੱਲੇ ਨੂੰ, ਠੀਕ ਹੈ। U velocity ਨਾਲ ਸਟ੍ਰਾਈਕ ਕਰਦੀ ਤੇ V velocity ਨਾਲ ਬਾਉਂਸ ਬੈਕ ਕਰਦੀ ਹੈਗੀ ਹੈ। ਤਾਂ ਪਹਿਲਾਂ ਆਪਾਂ ਸਟੇਜ ਲੈ ਲੈਣੇ ਇੱਥੋਂ ਲੈ ਕੇ ਗਰਾਊਂਡ ਤੱਕ ਪਹੁੰਚਣ ਦੀ, ਠੀਕ ਹੈ। 10 ਮੀਟਰ ਹੈਗਾ, ਉਹੀ ਫਾਰਮੂਲਾ ਲਗਾ ਦਾਂਗੇ ਡਿਸਟੈਂਸ ਵਾਲਾ ਜਿਹਦੇ 'ਚ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਹੁੰਦੀ ਹੈ। U ਫਾਈਨਲ ਹੈ ਤੇ ਇਨੀਸ਼ੀਅਲ 0 ਹੈ ਕਿਉਂਕਿ ਰੈਸਟ ਤੋਂ ਡ੍ਰੌਪ ਕੀਤਾ ਹੈਗਾ। ਤਾਂ ਇੱਥੋਂ ਆਪਾਂ ਜਿਹੜੀ ਹੈਗੀ ਹੈ ਗਰਾਊਂਡ ਨਾਲ ਸਟ੍ਰਾਈਕ ਕਰਨ ਦੀ ਵੈਲੋਸਿਟੀ ਨਿਕਾਲ ਸਕਦੇ, ਜੋ ਕਿ 14 ਮੀਟਰ ਪਰ ਸੈਕਿੰਡ ਹੋ ਜਾਏਗੀ। ਲੈਟ V ਬੀ ਦਾ ਵੈਲੋਸਿਟੀ ਵਿਦ ਵਿੱਚ ਜੋ ਬਾਲ ਹੈ ਬਾਉਂਸ ਬੈਕ ਕਰਦੀ ਹੈ ਨਾ। ਤੇ ਹੁਣ ਕੀ ਹੋਊਗਾ, ਹੁਣ ਇਨੀਸ਼ੀਅਲ 0 ਹੋਏਗੀ ਤੇ ਫਾਈਨਲ V ਹੈ, ਕਿਉਂਕਿ ਜਦੋਂ ਗਰਾਊਂਡ ਨਾਲ ਟਕਰਾਏਗੀ ਉਹਦੀ 0 ਹੋ ਜਾਣੀ ਇੱਕ ਵਾਰ ਵੈਲੋਸਿਟੀ, ਰਾਈਟ। ਸੌਰੀ, ਇਹ ਹੈਗਾ ਆਪਣਾ ਵੈਲੋਸਿਟੀ ਵਿਦ ਵਿੱਚ ਬਾਲ, ਹਾਂ ਠੀਕ ਹੈ। ਤਾਂ ਇੱਥੇ ਹੁਣ ਜਿਹੜੀ ਇਨੀਸ਼ੀਅਲ ਫਾਈਨਲ ਵੈਲੋਸਿਟੀ 0 ਹੈ, ਤੇ ਇਨੀਸ਼ੀਅਲ ਆਪਾਂ ਜਿਹੜੀ ਹੈਗੀ ਹੈ V ਸਕੇਅਰ ਲੈ ਲੈਣੀ, ਕਿਉਂਕਿ 6.4 ਮੀਟਰ ਹਾਈਟ ਅਟੇਨ ਕਰਦੇ ਨੇ 0, ਉਹਦੀ ਵੈਲੋਸਿਟੀ 0 ਹੋ ਜਾਣੀ ਹੈ ਨਾ। ਤਾਂ ਇਹਦੀ ਬਾਉਂਸ ਬੈਕ ਦੀ ਵੈਲੋਸਿਟੀ ਜਿਹੜੀ ਹੈ ਸੇਮ ਫਾਰਮੂਲੇ ਨਾਲ ਨਿਕਾਲ ਸਕਦੇ ਆਪਾਂ, 11.2 ਮੀਟਰ ਪਰ ਸੈਕਿੰਡ ਆ ਜਾਏਗੀ, ਠੀਕ ਹੈ। ਸੋ ਚੇਂਜ ਇਨ ਮੋਮੈਂਟਮ ਨਿਕਲ ਜਾਏਗੀ ਫਿਰ ਆਪਣੀ, ਤਾਂ ਚੇਂਜ ਇਨ ਮੋਮੈਂਟਮ ਫਿਰ ਐਮ ਈ ਆ ਤੁਹਾਨੂੰ ਨੈਗੇਟਿਵ ਲੈਣੀ ਪਊਗੀ, ਹੈ ਨਾ। ਤੇ ਚੇਂਜ ਇਨ ਮੋਮੈਂਟਮ ਆ ਜਾਏਗੀ ਆਪਣੀ 1.126 ਨਿਊਟਨ ਸੈਕਿੰਡ। ਤੇ ਤਾਂ ਇਹ ਆਪਣੀ ਇੰਪਲਸ ਹੋ ਗਈ 1.126 ਨਿਊਟਨ। ਲੈਟ ਐਫ ਬੀ ਦਾ ਫੋਰਸ, ਐਵਰੇਜ ਫੋਰਸ ਬਿਟਵੀਨ ਦਾ ਬਾਲ ਐਂਡ ਦਾ ਗਰਾਊਂਡ। ਤਾਂ ਚੇਂਜ ਇਨ ਮੋਮੈਂਟਮ ਕਿੰਨੀ ਹੈ, ਫੋਰਸ ਇਨਟੂ ਟਾਈਮ। ਤਾਂ ਚੇਂਜ ਇਨ ਮੋਮੈਂਟਮ ਤੁਹਾਨੂੰ ਪਤਾ ਹੈ, ਤੇ ਫੋਰਸ ਜਿਹੜੀ ਹੈਗੀ ਹੈ ਇੱਥੇ ਜੋ ਲੱਗ ਰਹੀ ਹੈ ਬਾਲ ਦੇ ਉੱਪਰ, ਇੱਕ ਤਾਂ ਐਫ ਆਹ ਤਾਂ ਚਲੋ ਉਹਦੀ ਡਾਊਨਵਰਡ ਲੱਗ ਰਹੀ ਹੈਗੀ ਹੈ, ਤੇ ਇਹ ਅਪਵਰਡ ਫੋਰਸ ਲੱਗ ਰਹੀ ਹੈਗੀ ਆ। ਆਹ ਤਾਂ ਗ੍ਰੈਵਿਟੀ ਕਰਕੇ ਲੱਗ ਰਹੀ ਹੈ, ਤੇ ਇੱਕ ਫੋਰਸ ਜਿਹੜੀ ਗਰਾਊਂਡ ਲਗਾਏਗਾ ਉੱਪਰ ਨੂੰ ਚੱਕਣ ਦੇ ਲਈ ਉਹਨੂੰ, ਠੀਕ ਹੈ। ਤਾਂ ਡਿਫਰੈਂਸ ਲੈ ਲਿਆ ਇਹਨਾਂ ਦਾ, ਤੇ ਇਸ ਕੁਐਸਚਨ ਨੂੰ ਸੋਲਵ ਕਰ ਲਓ ਤੇ ਐਫ ਫੋਰਸ ਆ ਜਾਏਗੀ। ਤਾਂ ਇਹ ਗਰਾਊਂਡ ਲਗਾ ਰਿਹਾ ਜਿਹੜੀ ਫੋਰਸ, ਜਾਂ ਗਰਾਊਂਡ ਲਗਾ ਲੈ ਜਾਂ ਬਾਲ ਗਰਾਊਂਡ ਦੇ ਉੱਪਰ ਲਗਾ ਰਹੀ ਹੈ, ਇੱਕੋ ਹੀ ਚੀਜ਼ ਹੈਗੀ ਹੈ, ਰਾਈਟ। ਸੋ ਇਹ 6.349 ਜਿਹੜੀ ਹੈਗੀ ਹੈ ਨਿਊਟਨ ਆ ਜਾਏਗੀ।
ਤੇ ਮੇਰੇ ਮਾਊਸ ਦਾ ਸਕਰੋਲ ਥੋੜਾ ਜਿਹਾ ਖਰਾਬ ਹੈ ਤੇ ਕੰਮ ਇਹ ਖਰਾਬ ਕਾਫੀ ਕਰਦਾ ਹੈਗਾ। A bullet of mass m is fired into target of mass capital M kilogram and penetrates through a distance meter. If target was free to move, so the distance penetrated would be this meter and kinetic energy lost would be this। ਇਸ ਤਰ੍ਹਾਂ ਕੁਐਸਚਨ ਆਪਾਂ ਪਹਿਲਾਂ ਵੀ ਕੀਤਾ ਹੋਇਆ ਕਿ ਬੁਲਟ ਹੈ ਉਹ ਕਿਸੇ ਬਲੌਕ ਦੇ ਵਿੱਚ ਟਕਰਾਉਂਦਾ ਹੈ, ਇਹ ਡਿਸਟੈਂਸ ਮੀਟਰ ਅੰਡਰ ਪੈਨੀਟ੍ਰੇਟ ਕਰ ਜਾਂਦਾ ਹੈਗਾ, ਬਲੌਕ ਮੂਵ ਕਰ ਸਕਦਾ ਫ੍ਰੀ। ਠੀਕ ਹੈ, ਲॉस इन kinetic एनर्जी निकालनी हैगी ਆਪਾਂ। तो लेट आर बी द न्यूटन बी द रेजिस्टेंस ऑफर्ड बाय जो टारगेट फिक्स हो, दोनों केस डिस्कस करने हैं शायद। हाँ, जो टारगेट फिक्स हो मतलब मूव ना कर सकता हो। लेट आर न्यूटन बी द रेजिस्टेंस ऑफर्ड बाय टारगेट एंड वी मीटर बी द वेलोसिटी ऑफ बुलेट विद विच इट इज फायर्ड। सो वर्क डन कितना होगा, वर्क डन बाय रेजिस्टिव फोर्स चेंज इन किनेटिक एनर्जी होगा, राइट। सो वर्क डन बाय रेजिस्टिव फोर्स इतने नैगेटिव आया कि रेजिस्टेंस ने वर्क किया है, तो फाइनल जीरो हैगी है किनेटिक एनर्जी, बुलेट रेस्ट हो गया, तो आह ਉਹਦੀ वेलोसिटी जिन्नी ਨਾਲ ਟਕਰਾਉਂਦਾ ਹੈਗਾ ਤਾਂ ਤੁਹਾਡਾ ਫਾਰਮੂਲਾ ਬਣ ਜਾਏਗਾ। ਇਹ ਰੈਜ਼ਿਸਟੈਂਸ ਹੈਗੀ ਹੈ ਇਸ ਤਰ੍ਹਾਂ ਤੁਹਾਡੀ R ਇਜ਼ ਇਕੁਅਲ ਟੂ mv²/2a, ਇਹ ਤੁਹਾਡਾ ਇੱਕ ਤਰ੍ਹਾਂ ਨਾਲ ਫਿਕਸ ਹੋ ਗਿਆ ਹੈ ਨਾ। ਤੇ when target is free to move let v be the velocity with which bullet and target move together after impact। मतलब ਜਦੋਂ ਸਪੋਜ਼ ਕਰ ਲਓ ਹੁਣ ਟਾਰਗੇਟ ਬੁਲਟ ਵਿੱਚ ਕੁਸੜ ਗਿਆ, ਠੀਕ ਹੈ, ਬਲੌਕ ਦੇ, ਹੁਣ ਦੋਨੋਂ ਇੱਕ ਮਤਲਬ ਵੈਲੋਸਿਟੀ ਨਾਲ ਮੂਵ ਕਰਨਗੇ, ਕਾਮਨ ਵੈਲੋਸਿਟੀ ਨਾਲ। ਸਪੋਜ਼ ਕਰ ਲਓ ਕਾਮਨ ਵੈਲੋਸਿਟੀ ਜਿਹੜੀ ਹੈਗੀ ਹੈ ਉਹ ਕੈਪੀਟਲ ਵੀ ਹੈ, ਮੈਂ ਤੁਹਾਨੂੰ ਕਿਹਾ ਵੀ ਮੇਰਾ ਇਹ, हाँ ठीक है, अगला पेज आ गया। सो बाय कैपिटल भी अपनी एंगुलर सॉरी मतलब कॉमन वेलोसिटी है बुलेट ते ओदी ब्लॉक दी, तो बाय प्रिंसिपल ऑफ कंजर्वेशन ऑफ लीनियर मोमेंटम है ना कि लीनियर मोमेंट ते एम वी ते इनिशियली जरा बुलेट ब्लॉक 0 सीगा, बुलेट स्मॉल वी वेलोसिटी में चल रहा सीगा, ये दोनों इकट्ठे चलन लग पे कैपिटल वी वेलोसिटी नाल, तारे मास कंबाइन करता तो कैपिटल भी जी वेलोसिटी निकल आएगी। चेंज इन किनेटिक एनर्जी भी निकल जाएगी। फिर अपनी इस वेलोसिटी ने दोनों मूव कर रहे इकट्ठे, इस वेलोसिटी ने कला बुलेट मूव कर रहा है, इसमें सिंपलीफाई कर लो, थोड़ी जी चेंज इन किनेटिक एनर्जी निकल जाएगी। तो सो लॉस इन किनेटिक एनर्जी फिर इन्ना बन जाएगा, थोड़ा बहुत सिंपलीफाई कर लो, आ v² तो m/2 1/2 mv² लिख लो, एक किनेटिक एनर्जी बुलेट की हो जाएगी जो कि फिक्स है। तो उस तो बाद ਆਪਾਂ ਨੂੰ ਗੱਲ ਕੀਤੀ ਹੈ ਲੈਟ डी बी ਦਾ डी मीटर, ਸਪੋਜ਼ ਕਰ ਲਓ डी मीटर मूव करता है बुलेट, राइट, सॉरी बुलेट नहीं ब्लॉक ਜਿਹਦੇ ਵਿੱਚ बुलेट ਵੱਜਿਆ ਹੈਗਾ, ਤਾਂ वही गल वर्क डन बाय जो पेनिट्रेशन होएगा दैट विल बी इक्वल टू चेंज इन किनेटिक एनर्जी। ਹੁਣ ਜਿਹੜੀ ਰੈਜ਼ਿਸਟੈਂਸ ਹੈ ਤਾਂ ਫਿਕਸ ਹੈ, ਪਹਿਲੇ ਦੇ ਕੇਸ ਵਿੱਚ ਫਿਕਸ ਹੈ, ਉਹ ਤਾਂ ਨਿਕਾਲਣ ਦਾ ਜ਼ਰੀਆ ਬਣਾ ਲਿਆ ਸੀਗਾ ਆਪਾਂ ਰੈਜ਼ਿਸਟੈਂਸ ਨੂੰ, ਇਹ ਪਿਛਲੇ ਪੇਜ ਤੇ ਕੱਢੀ ਹੋਈ ਹੈ। ਤੇ चेंज इन किनेटिक एनर्जी अपनी इतने पई हैगी आ वाली, ठीक है, इतने फीड कर दो, डिस्टेंस थोड़ा निकल आएगा, डिस्टेंस विल बी m/m+m, राइट। तो मेरे माउस के स्क्रोल ने बड़ा मैनू खराब किया है। सैट ऑफ n इक्वल मैं स्केप ही कर देना चाहिए है, इन उधरले पासे रखते हैं एटलीस्ट, तो चलो ठीक है 150 या 200 ज़्यादा हो जाएगा, ठीक है। तो क्वेश्चन है a set of n equal trucks with a meter clear distance between them are set in motion by starting the one end with velocity v toward the next. Find how long it takes for last truck to start and the value of final velocity. What proportion of initial energy will have been wasted when all trucks are in motion? Equal trucks with ਸਟਾਰਟਿੰਗ ਟੂ, ਹਾਂ ਤਾਂ ਮਤਲਬ ਇਹ ਟਰੱਕਸ ਖੜੇ ਨੇ ਤੇ ਇੱਕ ਟਰੱਕ ਚੱਲਣਾ ਸ਼ੁਰੂ ਕਰਦਾ ਹੈਗਾ ਤੇ ਇਹਨਾਂ ਸਾਰਿਆਂ ਵਿੱਚ ਇਹ ਡਿਸਟੈਂਸ ਹੈਗਾ
ਮਤਲਬ ਫਿਕਸ ਡਿਸਟੈਂਸ ਹੈਗਾ। ਜਦੋਂ ਆ ਇਹ ਚੱਲੇਗਾ, ਇਸ 'ਚ ਟਕਰਾਏਗਾ, ਇਹ ਗਾਂ ਇਸ ਨੂੰ ਧੱਕੇਗਾ, ਇਹ ਗਾਂ ਨੂੰ ਇਸ ਨੂੰ ਧੱਕੇਗਾ, ਤਾਂ ਤੁਸੀਂ ਬਸ ਇਹ ਨਿਕਾਲਣਾ ਕਿ એનર્ਜੀ ਜਿਹੜੀ ਲਾਸ ਹੋਏਗੀ ਇੱਥੋਂ ਲੈ ਕੇ ਇੱਥੋਂ ਤੱਕ ਉਹ ਕਿੰਨੀ ਹੋਊਗੀ, ਰਾਈਟ। ਇਹ ਚੀਜ਼ ਕੱਢਣੀ ਹੈ। ਤਾਂ ਲੈਟ v be the velocity when all trucks each of mass m move together, ਰਾਈਟ। ਤੇ ਇਕੱਠੇ ਜਦੋਂ ਮੂਵ ਕਰਨ ਲੱਗ ਪੈਂਦੇ ਸਾਰੇ, ਤਾਂ ਸਾਫ ਜੀ ਗੱਲ ਆ ਕਿ ਵਿਦ ਵਿਦ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੇ ਅਕੋਰਡਿੰਗ ਕੀ ਹੈ, ਇਹ ਸਾਰਿਆਂ ਦੀ ਮੋਮੈਂਟਮ ਹੈ ਐਮ ਐਨ, ਕਿਉਂਕਿ ਟੋਟਲ ਜਿਹੜੀ ਸੰਖਿਆ ਹੈਗੀ ਹੈ ਐਨ ਹੈ, ਹਰ ਇੱਕ ਦਾ ਮਾਸ ਐਮ ਹੈ। ਤੇ ਇਹ ਜਿਹੜੀ ਹੈਗੀ ਹੈ ਸਭ ਤੋਂ ਪਹਿਲੇ ਵਾਲੇ ਦੀ ਜਿਹੜੀ ਹੈਗੀ ਆ ਇਸ ਵਾਲੇ ਦੀ ਮੋਮੈਂਟਮ ਹੈ, ਦੋਨੋਂ ਬਰਾਬਰ ਹੋਣੀਆਂ ਚਾਹੀਦੀਆਂ ਹੈਗੀਆਂ, ਠੀਕ ਹੈ। ਕਿਉਂਕਿ ਕੰਜ਼ਰਵ ਰਹਿਣੀ ਹੈਗੀ, ਜੇ ਆਪਾਂ ਰੈਜ਼ਿਸਟੈਂਸ ਵਗੈਰਾ ਹੋਰ ਰੈਜ਼ਿਸਟਿਵ ਫੋਰਸਿਸ ਵਿੱਚੋਂ ਰਿਮੂਵ ਕਰ ਦਈਏ ਤਾਂ ਬਾਈ ਕੰਜ਼ਰਵੇਸ਼ਨ ਆਫ ਮੋਮੈਂਟਮ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈਗਾ। ਤਾਂ ਇਹ ਤੋਂ ਵੀ ਨਿਕਲਿਆ ਆਏਗੀ ਆਪਣੀ ਸਮਾਲ, ਮਤਲਬ ਫਾਈਨਲ ਜਿਹੜੀ ਵੈਲੋਸਿਟੀ, ਕਾਮਨ ਵੈਲੋਸਿਟੀ ਹੈ ਸਾਰਿਆਂ ਦੀ। ਲੈਟ v dash be the velocity when the truck T1 and T2 move together। ਸਪੋਜ਼ ਕਰ ਲਓ ਆ ਜਦੋਂ ਇਸ ਨਾਲ ਟਕਰਾਇਆ ਤਾਂ ਦੋਨੋਂ ਇਕੱਠੇ ਮੂਵ ਕਰਨ ਲੱਗ ਪਏ, ਤੀਜੇ ਵੱਲ ਵਧਣਾ ਸ਼ੁਰੂ ਹੋ ਗਏ। ਸਪੋਜ਼ ਕਰ ਲਓ ਦੋਨਾਂ ਦੀ ਕਾਮਨ ਵੈਲੋਸਿਟੀ v ਡੈਸ਼ ਹੈ, ਤਾਂ ਹੁਣ ਆਪਾਂ ਫਿਰ ਐਂਗੂਲਰ ਮੋਮੈਂਟਮ ਦਾ ਲਾ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਲਗਾ ਦਾਂਗੇ, ਤਾਂ v ਡੈਸ਼ ਇਸ ਕੇਸ 'ਚ v/2 ਆ ਜਾਏਗਾ। ਤੇ ਸਪੋਜ਼ ਕਰ ਲਓ T1 T2 T3 ਇਕੱਠੇ ਮੂਵ ਕਰਨ ਲੱਗ ਪੈਣ, ਉਹਨਾਂ ਦੀ ਵੈਲੋਸਿਟੀ ਸਪੋਜ਼ ਕਰ ਲਓ v ਡਬਲ ਡੈਸ਼ ਲਗਾ ਲਓ, ਹੈ ਨਾ। ਫਿਰ ਆਹੀ ਲਾ ਦੁਬਾਰਾ ਰਿਪੀਟ ਕਰੋ, ਹੈ ਨਾ। ਤੇ ਇੱਥੋਂ ਆਪਣੀ v ਡਬਲ ਡੈਸ਼ ਨਿਕਲ ਆਏਗੀ ਐਂਡ ਸੋ ਔਨ। ਇਸ ਤਰ੍ਹਾਂ 4 ਟਰੱਕ ਇਕੱਠੇ ਮੂਵ ਕਰਨਗੇ, ਫਿਰ 5 ਮੂਵ ਕਰਨਗੇ, ਤਾਂ ਵੈਲੋਸਿਟੀ ਕੀ ਆਊਗੀ ਇਹਨਾਂ ਦੀ, v/2 v/3 ਘਟਦੀ ਜਾ ਰਹੀ ਹੈਗੀ ਲਗਾਤਾਰ, ਹੈ ਨਾ। ਤੇ ਟਾਈਮ ਟੇਕਨ ਵੈਨ ਫਸਟ ਟਰੱਕ ਸਟ੍ਰਾਈਕ ਦ ਸੈਕਿੰਡ, ਜਦੋਂ ਪਹਿਲਾ ਟਰੱਕ ਸੈਕਿੰਡ ਨੂੰ ਟਕਰਾਏਗਾ ਤਾਂ ਉਹ ਡਿਸਟੈਂਸ ਓਵਰ ਵੈਲੋਸਿਟੀ ਹੋਏਗਾ। ਟਾਈਮ ਟੇਕਨ ਬਾਈ ਸੈਕਿੰਡ ਟਰੱਕ ਥਰਡ ਨਾਲ ਟਕਰਾਏਗਾ, ਉਹ ਸਾਫ ਜੀ ਗੱਲ ਹੈ a ਬਾਏ ਡਿਸਟੈਂਸ ਦਾ ਸੇਮ ਹੀ ਹੈ, ਹੁਣ ਵੈਲੋਸਿਟੀ ਘਟ ਗਈ ਹੈ v/2 ਹੈ, 2a/v ਐਂਡ ਸੋ ਇਸ ਤਰ੍ਹਾਂ ਵੈਲੋਸਿਟੀਜ਼ ਜਿਹੜੀਆਂ ਹੈਗੀਆਂ। ਹੁਣ ਟਾਈਮ ਵੀ ਘਟੀ ਜਾਏਗਾ, ਕਿਉਂਕਿ ਵੈਲੋਸਿਟੀ ਘਟੀ ਜਾ ਰਹੀ ਹੈ, ਟਾਈਮ ਵੀ ਘਟੀ ਜਾਊਗਾ। ਤਾਂ ਟੋਟਲ ਟਾਈਮ ਕਿੰਨਾ ਹੋਊਗਾ, ਸਾਰੇ ਟਾਈਮ ਨੂੰ ਜਿਹੜਾ ਹੈਗਾ ਸਮ ਅਪ ਕਰ ਦਿਓ। ਇਹ ਸਿੰਪਲ ਜਿਹੜੀ ਹੈਗੀ ਆਪਣੀ ਇਹ ਬਣ ਰਹੀ ਹੈਗੀ ਹੈ, ਇਹ ਅਰਥਮੈਟਿਕ ਪ੍ਰੋਗਰੈਸ਼ਨ ਬਣ ਰਹੀ ਹੈ, ਤਾਂ ਤੁਹਾਡਾ ਟੋਟਲ ਟਾਈਮ ਬਣ ਜਾਏਗਾ। ਤੇ ਕਿਨੈਟਿਕ ਐਨਰਜੀ ਇਨੀਸ਼ੀਅਲੀ ਕਿੰਨੀ ਹੈਗੀ, 1/2 mv²। ਤੇ ਫਾਈਨਲੀ ਜਿਹੜੀ ਹੈਗੀ ਆ ਆਪਾਂ ਨੂੰ ਫਾਈਨਲ ਪਤਾ ਹੀ ਹੈ ਵੈਲੋਸਿਟੀ ਕਿੰਨੀ ਹੈਗੀ ਆ, ਰਾਈਟ। ਤੇ ਫੀਡ ਕਰ ਦਿਓ। ਲਾਸ ਇਨ ਕਿਨੈਟਿਕ ਐਨਰਜੀ ਕੀ ਹੈ, ਦੋਨਾਂ ਨੂੰ ਘਟਾ ਦਿਓ ਇਹਨਾਂ ਨੂੰ। ਹੁਣ ਦੇਖਣ ਨੂੰ ਤਾਂ ਬਹੁਤ ਔਖਾ ਲੱਗਦਾ ਹੈਗਾ, ਪਰ ਹੈ ਇਸ ਕੁਐਸਚਨ ਦੇ ਵਿੱਚ ਕੁਝ ਵੀ ਨਹੀਂ ਹੈਗਾ, ਰਾਈਟ। ਤਾਂ ਵਧੀਆ ਕੁਐਸਚਨ ਹੈਗਾ, ਇਸ ਨੂੰ ਚੰਗੀ ਤਰ੍ਹਾਂ ਰੀਡ ਕਰ ਲਿਓ। ਬਸ ਇਹ 'ਚ ਕੀ ਹੈ, ਸਮਝ ਬਣਾਉਣੀ ਥੋੜ੍ਹੀ ਜਿਹੀ ਮੁਸ਼ਕਿਲ ਹੋ ਸਕਦੀ ਹੈ, ਅਦਰਵਾਈਜ਼ ਕੁਛ ਨਹੀਂ ਹੈਗਾ ਇਹਦੇ 'ਚ।